श्री वाहिगुरु। श्री वाहिगुरु। जे हाजिरी लिखिया तेहा हुक्म कमाहे। कल्ले आवे नानका कल्ले आवे नानका। सदे उठी जाहे। राणा रावो ना को रहे। रंग ना तुंग फकीर। वारी आपो अपनी वारी आपो अपनी। कोई न बंदे धी। कोई ना बंदे धी। प्राणी एको नाम ते आवो। 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 एको नाम ते आवो। प्राणी एको नाम ते आवो। प्राणी एको नाम ते आवो। प्राणी एको नाम ते आवो। अपनी पत सेती कर जाओ। 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 प्राणी एको नाम ते आवो। प्राणी एको नाम ते आवो। प्राणी
बिसर गया है मरना, खाना पीना हंसना सोना, बिसर गया है मरना, खाना पीना हंसना सोना, बिसर गया है मरना, खाना पीना हंसना सोना, बिसर गया है मरना, खासम विसार खासम विसार खुआरी कीनी, त्रिग जीवन नहीं रहना, खासम विसार खुआरी त्रिग जीवन नहीं रहना, खासम विसार खुआरी कीनी, त्रिग जीवन नहीं रहना, खासम विसार खुआरी कीनी, त्रिग जीवन नहीं रहना, अपनी पग सेती कर जाओ, अपनी पग सेती कर जाओ, अपनी बात सेती कर जाओ, अपनी बात सेती कर जाओ, प्राणी एको नाम ते आओ, प्राणी एको नाम ते आओ, प्राणी एको नाम तेरा वो प्राणी, एको नाम तेरा वो एको नाम ते आओ, एको नाम तेरा वो वाहिगुरु एको नाम ते आओ, हाँ एको नाम ते आओ, वाहिगुरु 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 खाना पीना हंसना सोना, बिसर गया है मरना, खासम विसार खुआरी कीनी, त्रिग जीवन नहीं रहना, प्राणी को
अपने पत स्थिति कर जावो। अपने पत स्थिति कर जावो। प्राणी को नाम त्याओ, अपनी पत से ती कर जावो। खाना पीना हंसना सौना विसर गया है मरना। खासम विसार खुआरी कीनी, त्रिग जीवन नहीं रहना। त्रिग जीवन नहीं रहना। एवें ना मान करी, एवें ना मान करी, सदा नहीं जग रहना। 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 एवें ना करी, सदा नहीं जग रहना। एवें ना मान करी, सदा नहीं जग रहना। एवें ना मान करी, एवें ना मान करी, सदा नहीं जग रहना। 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 सदा नहीं जग रहना। ओ सदा नहीं जग रहना, सदा नहीं जग रहना। 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 एवें ना मान करी, 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 सदा नहीं जग रहना। सदा नहीं जग रहना, 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 सदा नहीं जग रहना। नहीं जग रहना, सदा नहीं जग रहना।
ਐਵੇਂ ਨਾ ਮਾਣ ਕਰੀ ਸਦਾ ਨਵੀਂ ਜਗ ਰਹਿਣਾ 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 ਐਵੇਂ ਨਾ ਮਾਣ ਕਰੀ ਸਦਾ ਨਵੀਂ ਜਗ ਰਹਿਣਾ। ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ, ਜਿਵੇਂ ਪਾਣੀ ਵਿੱਚ ਪਤਾਸਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਇਹ ਦੁਨੀਆ ਬਣੀ ਖੇਲ ਤਮਾਸ਼ਾ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਮਾਈ ਭਾਈ ਮਾਤਾ ਸਰਜੀਤ ਕੌਰ ਜੀ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਅੱਜ ਆਪ ਸਭ ਸੰਗਤਾਂ ਇਕੱਤਰ ਹੋ ਰਹੇ ਹੋ। ਅੰਤਮ ਅਰਦਾਸ ਦੇ ਵਿੱਚ ਜੁੜਨ ਵਾਸਤੇ ਆਪ ਸਭ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਸਜ ਕੇ ਬੈਠੇ ਹੋ। ਆਓ ਕਾਫੀ ਸਮੇਂ ਤੋਂ ਕਥਾ ਕੀਰਤਨ ਆਰੰਭ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਬਤਸਿਉ ਜਾਇੰਦਾ। ਹਰੀ ਜਸ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ। ਜਿਤਨਾ ਸਮਾਂ ਆਪਣੇ ਪਾਸ ਬਾਕੀ ਬਚਦੇ ਰਹਿੰਦੇ ਸਮੇਂ ਨੂੰ ਪਵਿੱਤਰ ਔਰ ਸਫਲਾ ਬਣਾਈਏ। ਮੈਂ ਗੁਰੂ ਕੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਾਤਾਵਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਜਿੰਨਾ ਸਮਾਂ ਗੁਰੂ ਕੇ ਦਰਬਾਰ ਵਿੱਚ ਬਹਿਣਾ ਠੀਕ ਹੈ। ਜੇ ਜ਼ਿਆਦਾ ਹੀ ਜ਼ਰੂਰੀ ਗੱਲਾਂ ਕਰਨੀਆਂ ਨੇ, ਨਹੀਂ ਸਰਦਾ, ਤਾਂ ਗੁਰੂ ਕੇ ਦਰਬਾਰ ਦੇ ਵਿੱਚੋਂ ਬਾਹਰ ਬਹਿ ਕੇ ਕਰ ਸਕਦੇ ਹਾਂ। ਕਿਉਂ ਕੁਛ ਮਾਤਾਵਾਂ ਕਰਕੇ ਜਿਹੜੀਆਂ ਹੋਰ ਮਾਤਾਵਾਂ ਸੁਣਨਾ ਚਾਹੁੰਦੀਆਂ ਨੇ ਵੀ ਗੁਰੂ ਕੇ ਜਸ ਨੂੰ ਸੁਣੀਏ, ਉਹਨਾਂ ਕਰਕੇ ਦੂਸਰਿਆਂ ਦਾ ਵੀ ਰਸ ਭੰਗ ਹੁੰਦਾ ਔਰ ਆਪਣੇ ਮੋਬਾਈਲ ਫੋਨ ਵਗੈਰਾ ਉਹਨਾਂ ਨੂੰ ਵੀ ਬੰਦ, ਕਈ ਵਾਰ ਰਿੰਗ ਵੱਜ ਜਾਏ। ਮਾਤਾਵਾਂ ਦੇ ਚਰਨਾਂ ਵਿੱਚ ਖਾਸ ਕਰਕੇ ਬੇਨਤੀ ਹੈ ਰੌਲੇ ਤੋਂ ਸੰਕੋਚ ਰੱਖਿਓ। ਸੋ ਆਓ ਜਿਸ ਮਨੋਰਥ ਵਾਸਤੇ ਆਪਾਂ ਇਸ ਸੰਤਮ ਅਰਦਾਸ ਦੇ ਵਿੱਚ ਜੁੜੇ ਆਂ, ਉਸ ਮਨੋਰਥ ਨੂੰ ਪਛਾਣਨ ਵਾਸਤੇ, ਉਸ ਮਨੋਰਥ ਨੂੰ ਜਾਣਨ ਵਾਸਤੇ ਆਪਾਂ ਜੰਤਮ ਅਰਦਾਸ ਵਿੱਚ ਆਏ ਹਾਂ। ਉਹ ਮਨੋਰਥ ਕਿਹੜਾ ਹੈ? ਉਹ ਮਨੋਰਥ ਆਪਾਂ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਅੰਦਰ ਦੱਸਦੇ ਨੇ, ਮਹਾਰਾਜ ਕਹਿੰਦੇ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇਹ ਤਾਂ ਸਾਡੇ ਮਨ ਦੇ ਵਿੱਚ ਖਿਆਲ ਆ ਵੀ ਅੱਜ ਅਸੀਂ ਮਾਤਾ ਸਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਆਏ ਹਾਂ।
ਭਗਤ ਕਬੀਰ ਸਾਹਿਬ ਜੀ ਦਾ ਵਚਨ ਪੜ੍ਹੀਏ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਣ। ਉਹ ਮਨਾ ਮੇਰਿਆ, ਇਹ ਗੱਲ ਨਾ ਕਹਿ ਵੀ ਤੂੰ ਮਾਤਾ ਸੁਰਜੀਤ ਕੌਰ ਹੀ ਇਸ ਦੁਨੀਆ ਤੋਂ ਗਏ ਆ, ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਏ ਆ। ਇੱਥੇ ਆਉਣ ਦਾ ਸਾਡਾ ਇਹ ਮਨੋਰਥ ਹੈ, ਸਾਡੇ ਮਨ ਵਿੱਚ ਵੀ ਖਿਆਲ ਆ ਜਾਏ ਜਿਸ ਚੀਜ਼ ਨੂੰ ਅਸੀਂ ਭੁੱਲੀ ਬੈਠੇ ਆ। ਆਪ ਜਣੇ ਹੁਣੇ ਸ਼ਬਦ ਸਰਵਣ ਕੀਤਾ ਹੈ, ਇਸ ਬੰਦੇ ਨੂੰ ਤਿੰਨ ਚੀਜ਼ਾਂ ਦਾ ਯਾਦ ਨੇ, ਖਾਣਾ ਪੀਣਾ ਹੱਸਣਾ ਸੌਣਾ। ਭੁੱਲਿਆ ਕੀ ਹੋਇਆ? ਵਿਸਰ ਗਿਆ ਹੈ ਮਰਨਾ। ਇਹ ਭੁੱਲੀ ਬੈਠਾ ਵੀ ਮੈਂ ਵੀ ਇਸ ਦੁਨੀਆ ਤੋਂ ਜਾਣਾ। ਇਸ ਅੰਤਮ ਅਰਦਾਸ ਵਿੱਚ ਆਇਆ ਇਸ ਗੱਲ ਨੂੰ ਫੜਨ ਵਾਸਤੇ ਵੀ ਜਿਸ ਰਾਹ ਉੱਤੇ ਮਾਤਾ ਸੁਰਜੀਤ ਕੌਰ ਜੀ ਗਏ ਨੇ, ਉਹ ਇਸ ਦੁਨੀਆ ਤੋਂ ਗਏ ਐ। ਅੱਜ ਉਹਨਾਂ ਦੀ ਅੰਤਮ ਅਰਦਾਸ ਹੋ ਰਹੀ ਹੈ, ਕੀ ਪਤਾ ਕੱਲ ਨੂੰ ਸਾਡੀ ਵੀ ਹੋਣੀ ਆ। ਆਖੋ ਸਤਨਾਮ ਸ਼੍ਰੀ। ਜੇ ਮਾਤਾ ਸੁਰਜੀਤ ਕੌਰ ਗਏ ਨੇ ਇਸ ਰਾਹ ਉੱਤੇ, ਇੱਕ ਨਾ ਇੱਕ ਦਿਨ ਅਸੀਂ ਵੀ ਜਾਣਾ ਹੈ ਮੌਤ ਨੂੰ ਪਛਾਣਨ ਵਾਸਤੇ। ਮੌਤ ਯਾਦ ਰਹੇਗੀ ਬੰਦੇ ਨੂੰ, ਰੱਬ ਵੀ ਯਾਦ ਆਉਂਦਾ ਹੈ। ਮੌਤ ਯਾਦ ਨਹੀਂ, ਰੱਬ ਵੀ ਭੁੱਲ ਜਾਂਦਾ ਹੈ। ਕਿਸੇ ਨੂੰ ਕੈਂਸਰ ਵਰਗੀ ਨਾ ਬਿਮਾਰੀ ਲੱਗ ਜਾਏ, ਕੀ ਖਿਆਲ ਖਾਂਦਾ ਉਹਨੂੰ ਅੰਦਰੋਂ ਅੰਦਰੋਂ, ਕੀ ਝੋਰਾ ਖਾਂਦਾ ਵੀ ਕੈਂਸਰ ਹੋ ਗਿਆ, ਮੈਂ ਮਰ ਜਾਣਾ। ਮੌਤ ਹੈ। ਕੈਂਸਰ ਹੋ ਗਿਆ, ਕੈਂਸਰ ਨਾਮ ਦੀ ਬਿਮਾਰੀ ਸੁਣਨ ਦੇ ਨਾਲ ਹੀ ਮੂੰਹ ਚੋਂ ਵਾਹਿਗੁਰੂ ਨਿਕਲਦਾ, ਰੱਬਾ ਇਹ ਤੋਂ ਬਚਾ ਕੇ ਰੱਖੀ। ਮੌਤ ਕੀ ਹੈ? ਮੌਤ ਤੈਨੂੰ ਰੱਬ ਨਾਲ ਜੋੜਦੀ ਹੈ। ਮੌਤ ਤੇਰੇ ਮਨ ਦੇ ਵਿੱਚ ਖਿਆਲ ਹੈ, ਮਹਾਰਾਜ ਮੈਨੂੰ ਮੌਤ ਆ ਜਾਣੀ ਹੈ। ਮੌਤ ਯਾਦ ਹੋਊਗੀ ਤਾਂ ਤੈਨੂੰ ਰੱਬ ਦਾ ਨਾਮ ਵੀ ਚੇਤੇ ਆਊਗਾ। ਪ੍ਰਾਣੀ ਏਕੋ ਨਾਮ ਤੇ ਆਵੋ, ਆਪਣੀ ਪਤ ਸੇਤੀ ਘਰ ਜਾਓ। ਆ ਸਾਰਾ ਕੁਝ ਮਹਾਰਾਜ ਕਹਿੰਦੇ ਤੇਰੇ ਅੱਖਾਂ ਦੇ ਮੂਹਰੇ ਹੋ ਰਿਹਾ। ਉਪਜੈ ਨਿਪਜੈ ਨਿਪਜ ਸਮਾਈ। ਇਸ ਦੁਨੀਆ ਦੇ ਅਨੇਕਾਂ ਜੀਵ ਪੈਦਾ ਹੋ ਰਹੇ ਨੇ, ਬੱਚੇ ਜਨਮ ਲੈਂਦੇ ਨੇ, ਤੂੰ ਆਪਣੀਆਂ ਇਹ ਅੱਖਾਂ ਦੇ ਨਾਲ ਵੇਖਦਾ ਹੈ। ਉਹਨਾਂ ਦਾ ਨਿਰਮਾਣ ਹੋ ਰਿਹਾ ਹੈ, ਪਾਲਣ ਪੋਸ਼ਣ ਹੋ ਰਿਹਾ, ਇਹ ਵੀ ਤੂੰ ਉਹ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਹੈ। ਉਪਜੈ ਨਿਪਜੈ, ਨਿਰਵਾਣ ਹੋਣਾ, ਨਿਪਜ ਸਮਾਈ, ਤੇਰੀਆਂ ਅੱਖਾਂ ਦੇ ਸਾਹਮਣੇ ਉਹ ਸਮਾ ਰਹੇ ਨੇ, ਖਤਮ ਹੋ ਰਹੇ ਨੇ, ਇਸ ਦੁਨੀਆ ਤੋਂ ਜਾ ਰਹੇ ਨੇ। ਉਪਜੈ ਨਿਪਜੈ ਨਿਪਜ ਸਮਾਈ, ਨੈਣੈ ਦੇਖਤ ਇਹ ਜਗ ਜਾਈ। ਇਹ ਅੱਖਾਂ ਦੇ ਵੇਖਦਿਆਂ ਵੇਖਦਿਆਂ ਕਿੰਨੇ ਹੋ ਤੁਰੇ ਜਾ ਰਹੇ ਨੇ। ਮਤਾ ਖਿਆਲ ਕਰੋ, ਕਿਸੇ ਦੀ ਅੰਤਮ ਸੰਸਕਾਰ ਦੇ ਆਪਾਂ ਜਾਣੇ ਆ ਮੜੀਆਂ ਦੇ ਅੰਦਰ, ਜਿੱਥੇ ਦੇਹ ਦਾ ਸੰਸਕਾਰ ਕੀਤਾ ਜਾਂਦਾ ਹੈ, ਤਕਰੀਬਨ ਉਸ ਸਮੇਂ ਹਰ ਇੱਕ ਦੇ ਮੌਤ ਯਾਦ ਹੁੰਦੀ ਹੈ। ਅੱਜ ਅੰਤਮ ਅਰਦਾਸ ਵਿੱਚ ਆਇਆ, ਇੱਥੇ ਵੀ ਕੁਝ ਐਸੀਆਂ ਗੱਲਾਂ ਅਸੀਂ ਕਰਾਂਗੇ, ਤੁਸੀਂ ਸੁਣੋਗੇ, ਤੁਹਾਡੇ ਮਨ ਵਿੱਚ ਵੀ ਆ ਜਾਣਾ ਵੀ ਮੌਤ ਆਉਣੀ ਹੈ ਸਾਨੂੰ। ਪਰ ਜਿੰਨਾ ਕੁ ਸਮਾਂ ਦਰਬਾਰ ਦੇ ਵਿੱਚ ਬੈਠੇ ਹਾਂ, ਇੱਥੋਂ ਬਾਹਰ ਜੋੜੇ ਪਾਏ ਨਹੀਂ, ਇੱਥੋਂ ਬਾਹਰ ਨਿਕਲੇ ਨਹੀਂ, ਬਸ ਉਹੀ ਹਾਲ ਉਹੀ ਉਸੇ ਜੰਜਾਲਾਂ ਦੇ ਵਿੱਚ ਫਿਰ ਫਸ ਗਏ। ਪਰ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੁ ਆਜ ਕੈ ਕਾਲ, ਨਾਨਕ ਹਰ ਗੁਣ ਗਾਈ ਲੈ, ਛਾੜ ਸਗਲ ਜੰਜਾਲ। ਸਾਧ ਸੰਗਤ ਇਸ ਦੁਨੀਆ ਤੇ ਆਏ ਆ, ਕਾਹਦੇ ਵਾਸਤੇ ਆਏ ਆ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਅੰਦਰ ਲਿਖਦੇ ਨੇ, ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੇਰਾ ਕੋਈ ਮਨੋਰਥ ਹੈ ਇਸ ਦੁਨੀਆ ਤੇ ਆਉਣ ਦਾ? ਆਪਾਂ ਤਾਂ ਮਨੋਰਥ ਇਹ ਸਮਝੀ ਬੈਠੇ ਆ, ਇਸ ਦੁਨੀਆ ਤੇ ਆਇਆ, ਮਾਂ ਪਿਓ ਨੇ ਪਾਲਣ ਪੋਸ਼ਣ ਕਰਕੇ ਵੱਡਾ ਕਰ ਦਿੱਤਾ, ਵਿਆਹ ਹੋ ਗਿਆ, ਗਾ ਉਹਦੇ ਜਵਾਕ ਹੋ ਗਏ, ਉਹਨਾਂ ਨੂੰ ਸਾਂਭ ਲਿਆ, ਉਹਨਾਂ ਦੇ ਬਾਰੇ ਕੋ ਸੋਚਣ ਲੱਗ ਗਏ।
ਮਹਾਰਾਜ ਕਹਿੰਦੇ ਤੇਰਾ ਇਹੀ ਇਕੱਲਾ ਮਨੋਰਥ ਨਹੀਂ। ਜੇ ਤੂੰ ਇਹਨਾਂ ਨੂੰ ਵੀ ਸਮਝ ਕੇ ਮਨੋਰਥ ਆਪਦਾ ਪੂਰਾ ਕਰਕੇ ਇਸ ਦੁਨੀਆ ਤੋਂ ਜਾਣਾ ਵੀ ਮੇਰੇ ਜਵਾਕ ਨੇ, ਇਹਨਾਂ ਨੂੰ ਵੱਡਿਆ ਕਰ ਜਾਂ ਧਨ ਖੱਟ ਕੇ ਇਹਨਾਂ ਨੂੰ ਦੇ ਜਾਂ, ਜੇ ਇਹੀ ਮਨੋਰਥ ਸਮਝਦਾ ਹੈ, ਮਹਾਰਾਜ ਕਹਿੰਦੇ ਜਵਾਕਾਂ ਨੂੰ ਪਾਲਣ ਦਾ ਹੀ ਤੂੰ ਮਨੋਰਥ ਸਮਝਦਾ ਹੈ, ਤਾਂ ਫਿਰ ਸੂਰੀ ਦੇ ਤਾਂ 18 ਜਵਾਕ ਹੁੰਦੇ ਨੇ, ਨਾਲੇ ਪਾਲ ਹੀ ਕੱਲੀ ਲੈਂਦੀ ਹੈ। ਜੇ ਤੂੰ ਸਮਝਦਾ ਮੈਂ ਆ ਘਰ ਬਣਾ ਕੇ ਛੱਡ ਜਾਂ ਆਪਣੇ ਬੱਚਿਆਂ ਵਾਸਤੇ, ਉਹ ਤਾਂ ਹੋਰ ਵੀ ਸਾਰੇ ਜੀਵ ਜੰਤ ਕਰੀ ਜਾ ਰਹੇ ਨੇ। ਪਸ਼ੂ ਪੰਛੀ ਆਪਣੇ ਬੱਚਿਆਂ ਨੂੰ ਪਾਲ ਲੈਂਦੇ ਨੇ ਚੋਗਾ ਦੇ ਕੇ, ਉਹਨਾਂ ਤੇ ਸਾਡੇ ਵਿੱਚ ਫਿਰ ਅੰਤਰ ਕੀ ਹੈ? ਮਹਾਰਾਜ ਕਹਿੰਦੇ ਤੇਰਾ ਮਨੋਰਥ ਕੋਈ ਹੋਰ ਹੈ ਇਸ ਦੁਨੀਆ ਤੇ ਆਉਣਾ। ਉਹ ਮਨੋਰਥ ਕਿਹੜਾ ਹੈ? ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ। ਉਹ ਲਾਹਾ ਲੈਣ ਵਾਸਤੇ ਆਇਆ ਤੂੰ ਇਸ ਦੁਨੀਆ ਤੇ। ਉਹ ਲਾਹਾ ਕਿਹੜਾ ਹੈ? ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਔਦ ਘਟੈ। ਮਹਾਰਾਜ ਕਹਿੰਦੇ ਦਿਨੋਂ ਦਿਨ ਉਮਰਾਂ ਘਟਦੀ ਜਾਂਦੀ ਹੈ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵਹਿ ਰਸ, ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਈ। ਮਹਾਰਾਜ ਕਹਿੰਦੇ ਜਿਸ ਲਾਹੇ ਨੂੰ ਤੂੰ ਇਸ ਦੁਨੀਆ ਤੇ ਆਇਆ, ਜਾ ਕੋ ਆਏ ਸੋਈ ਬਿਹਾਜੀ, ਉਹਨੂੰ ਬਿਹਾਜਣਾ ਕਰ। ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਇਸ ਦੁਨੀਆ ਤੋਂ ਜਾਵੇਂਗਾ ਨਾ, ਮਹਾਰਾਜ ਕਹਿੰਦੇ ਫਿਰ ਉੱਥੇ ਪਹੁੰਚੇਗਾ ਅਸਲੀ ਘਰ ਦੇ ਵਿੱਚ। ਨਿਜ ਘਰ ਜਿੱਥੇ ਅਸੀਂ ਸਾਰਿਆਂ ਨੇ ਪਹੁੰਚਣਾ, ਸਾਡੇ ਲਈ ਪਹੁੰਚਣਾ ਅਤੀ ਜ਼ਰੂਰੀ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਜਿੱਥੇ ਤੈਨੂੰ ਸੁੱਖ ਹੀ ਸੁੱਖ ਹੈ, ਕੋਈ ਦੁੱਖ ਨਹੀਂ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੁਫੇਰਾ। ਤੇਰਾ ਇਸ ਦੁਨੀਆ ਤੋਂ ਜੰਮਣ ਮਰਨ ਖਤਮ ਹੋ ਜਾਏ। ਨਹੀਂ ਤਾਂ ਮਹਾਰਾਜ ਕਹਿੰਦੇ ਕੀ ਵੇਖਦੇ ਆ, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰੂ ਤੋਂ ਬੇਮੁਖ ਹੋਇਆ ਬੰਦਾ ਮਨਮੁਖ। ਸਿੱਧੇ ਅਰਥ ਨੇ ਗੁਰਮੁਖ ਦੇ ਮਨਮੁਖ ਦੇ। ਮਨ ਨੂੰ ਮੁੱਖ ਰੱਖਣ ਵਾਲਾ ਮਨਮੁਖ ਹੈ, ਗੁਰੂ ਨੂੰ ਮੁੱਖ ਰੱਖਣ ਵਾਲਾ ਗੁਰਮੁਖ ਹੈ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪਨਾ ਨਾਸਾ। ਗੁਰਮੁਖ ਮਹਾਂਪੁਰਸ਼ ਰੱਬ ਦੇ ਪਿਆਰੇ, ਉਹ ਸਦਾ ਹੀ ਸਾਧ ਸੰਗਤ ਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਦੇ, ਮੌਤ ਨੂੰ ਯਾਦ ਰੱਖਦੇ। ਕਿਸੇ ਸਮੇਂ ਨਾ ਭਗਤ ਕਬੀਰ ਸਾਹਿਬ ਜੀ, ਭਗਤ ਕਬੀਰ ਸਾਹਿਬ ਨੇ ਜਨਮ ਬਨਾਰਸ ਦੇ ਵਿੱਚ ਹੋਇਆ, ਤੇ ਸਾਧ ਸੰਗਤ ਉਸ ਬਨਾਰਸ ਦੇ ਅੰਦਰ ਹੀਰਾ ਘਾਟ, ਜਿੱਥੇ ਅਨੇਕਾਂ ਹੀ ਸ਼ਰੀਰਾਂ ਨੂੰ ਇੱਕ ਦਿਨ ਦੇ ਵਿੱਚ ਜਲਾਇਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਮੰਨਣਾ ਇਹ ਹੈ ਵੀ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਉਹਦਾ ਹੀਰਾ ਘਾਟ ਦੇ ਅੰਦਰ ਸੰਸਕਾਰ ਹੋ ਜਾਏ, ਉਹਨੂੰ ਮੁਕਤੀ ਮਿਲ ਜਾਂਦੀ ਹੈ। ਉਹਨਾਂ ਦਾ ਮੰਨਣਾ ਇਹ ਹੈ। ਤੇ ਸਾਧ ਸੰਗਤ ਭਗਤ ਕਬੀਰ ਸਾਹਿਬ ਜੀ ਜਨਮ ਵੀ ਬਨਾਰਸ ਦੇ ਵਿੱਚ ਹੋਇਆ। ਭਗਤ ਕਬੀਰ ਸਾਹਿਬ ਜੀ ਮਾਂ ਭੇਜੇ, ਮਾਂ ਪੁੱਤਰਾ ਜਾ ਕੋਈ ਕੰਮ ਵਿਹਾਰ ਕਰ ਤੇ ਆਪਾਂ ਜ਼ਿੰਦਗੀ ਸੁਖਾਲੀ ਲੰਘ ਜਾਏ, ਧਨ ਖੱਟ ਕੇ ਲੈ ਕੇ ਆ। ਪਰ ਭਗਤ ਕਬੀਰ ਸਾਹਿਬ ਜੀ ਘਰ ਤੋਂ ਚਲੇ ਜਾਇਆ ਕਰਨ, ਪਰ ਜਾ ਕੇ ਕਿੱਥੇ ਬਹਿ ਜਾਣ? ਹੀਰਾ ਘਾਟ। ਹੀਰਾ ਘਾਟ ਉਹ ਕਿਹੋ ਜਿਹਾ ਜਿੱਥੇ ਸਾਧ ਸੰਗਤ ਇੱਕ ਦਿਨ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸ਼ਰੀਰ ਜਲਾਏ ਜਾਂਦੇ ਨੇ। ਸਗੋਂ ਦੀ ਉਹ ਬਾਜ਼ਾਰ ਵੀ ਐਸਾ ਹੈ, ਜਦੋਂ ਉੱਥੇ ਬਨਾਰਸ ਜਾਈਏ, ਉਸ ਬਾਜ਼ਾਰ ਦੇ ਵਿੱਚੋਂ ਲੰਘੇ ਕੋਈ, ਉਹ ਬਾਜ਼ਾਰ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ, ਬਈ ਇੱਥੋਂ ਸਸਤੇ ਭਾਅ ਦੇ ਕਫਨ ਲੈ ਜਾਓ, ਕਿਉਂ ਜਿਹੋ ਜਿਹਾ ਅੱਗੇ
ਹੈ ਕੋਈ ਸਟੇਜ ਤੇ ਉਹੋ ਜਿਹੇ ਬਾਜ਼ਾਰ ਹੋਣੇ, ਕੋਈ ਆਵਾਜ਼ ਦਿੰਦਾ ਇੱਥੋਂ ਸਸਤੇ ਭਾਅ ਦੇ ਕੱਫਣ ਲੈ ਜਾਓ, ਜਿਸ ਉੱਤੇ ਸਰੀਰ ਨੂੰ ਪਾ ਕੇ ਲੈ ਕੇ ਜਾਈਦਾ, ਇੱਥੋਂ ਸਸਤੇ ਭਾਅ ਦੇ ਫੱਟੇ ਲੈ ਜਾਓ। ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ। ਮਾਨੋ ਵੀ ਜਦੋਂ ਕੋਈ ਉਸ ਬਾਜ਼ਾਰ ਦੇ ਵਿੱਚੋਂ ਲੰਘੇ ਨਾ, ਇਉਂ ਪ੍ਰਤੀਤ ਹੁੰਦਾ ਵੀ ਕੋਈ ਇਸ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਆ ਤਾਂ ਜਿਵੇਂ ਕੋਈ ਮੌਤ ਦਾ ਬਾਜ਼ਾਰ ਵਿੱਚ ਦੀ ਲੰਘਦੇ ਹੋਈਏ। ਆਖੋ ਸਤਨਾਮ ਸ਼੍ਰੀ, ਮੌਤ ਦਾ ਬਾਜ਼ਾਰ ਹੋਵੇ। ਕੋਈ ਆਖਦਾ ਕੱਫਣ ਲੈ ਜਾਓ, ਕੋਈ ਆਖਦਾ ਕੁਛ ਲੈ ਜਾਓ ਮ੍ਰਿਤਕ ਦੇ ਵਾਸਤੇ। ਭਗਤ ਕਬੀਰ ਸਾਹਿਬ ਜੀ ਜਾ ਕੇ ਉਸ ਹੀਰਾ ਘਾਟ ਦੇ ਅੰਦਰ ਬਹਿ ਜਾਂਦੇ ਆ। ਰੋਜ਼ਾਨਾ ਘਰ ਤੋਂ ਚਲੇ ਜਾਂਦੇ, ਹੀਰਾ ਘਾਟ ਜਾ ਕੇ ਬਹਿ ਜਾ ਕਰ। ਦੱਸਣ ਵਾਲੇ ਨੇ ਮਾਂ ਨੂੰ ਦੱਸਿਆ, ਮਾਂ ਤੇਰਾ ਪੁੱਤਰ ਭਗਤ ਕਬੀਰ ਉਹ ਤਾਂ ਘਰੋਂ ਜਾਂਦਾ ਕੰਮ ਕਰਨ ਵਾਸਤੇ ਹੈ, ਪਰ ਜਾ ਕੇ ਉਹ ਤਾਂ ਹੀਰਾ ਘਾਟ ਬਹਿ ਜਾਂਦਾ। ਮਾਂ ਨੇ ਪਹਿਲਾਂ ਤਾਂ ਦੱਸਿਆ ਨਾ। ਜਦੋਂ ਸ਼ਾਮ ਨੂੰ ਘਰੇ ਆਏ, ਮਾਂ ਕਹਿਣ ਲੱਗੀ, ਕਬੀਰ ਪੁੱਤਰਾ ਮੈਨੂੰ ਕਿਸੇ ਨੇ ਦੱਸਿਆ ਤੂੰ ਹੀਰਾ ਘਾਟ ਜਾ ਕੇ ਬਹਿਨਾ। ਮਾਂ ਦੱਸਣ ਵਾਲੇ ਨੇ ਸੱਚ ਹੀ ਦੱਸਿਆ। ਫਿਰ ਪੁੱਤਰਾ ਕੀ ਕਰਨ ਵਾਸਤੇ ਜਾਣਾ? ਮਾਂ ਤੂੰ ਤਾਂ ਕਹਿੰਨੀ ਐ ਬਈ ਕੋਈ ਕੰਮ ਧੰਦਾ ਕਰਕੇ ਉਥੋਂ ਧਨ ਖੱਟ ਕੇ ਲੈ ਕੇ ਆਇਆ ਕਰ। ਮਾਂ ਮੈਂ ਰੋਜ਼ ਹੀਰੇ ਜਵਾਹਰ ਉਥੋਂ ਲੈਣ ਵਾਸਤੇ ਜਾਂਦਾ। ਪੁੱਤਰਾ ਝੂਠ ਬੋਲਦਾ ਮੇਰੇ ਕੋਲ। ਜੇ ਤੂੰ ਹੀਰੇ ਜਵਾਹਰ ਇਕੱਠੇ ਕਰਨ ਵਾਸਤੇ ਜਾਣਾ, ਕਦੇ ਘਰ ਤਾਂ ਲੈ ਕੇ ਨਾ ਆਇਆ। ਜੇ ਤੂੰ ਹੀਰੇ ਜਵਾਹਰ ਇਕੱਠੇ ਕਰਨ ਵਾਸਤੇ ਜਾਣਾ, ਕਦੇ ਘਰ ਤਾਂ ਲੈ ਕੇ ਨਹੀਂ ਆਇਆ ਤੂੰ। ਹੁਣ ਸਾਧ ਸੰਗਤ ਉੱਚੀ ਅਵਸਥਾ ਦੀਆਂ ਗੱਲਾਂ ਜਦੋਂ ਮਾਂ ਦੇ ਸਮਝ ਨਾ ਆਈਆਂ ਵੀ ਕਿਹੜੇ ਹੀਰਿਆਂ ਦੀ ਗੱਲ ਕਰਦਾ ਭਗਤ ਕਬੀਰ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਬਲ ਦੇ ਨਾਲ ਮਾਂ ਤੋਂ ਬਾਂਹ ਛਡਾ ਕੇ ਚਲੇ ਜਾਂਦੇ, ਭੱਜ ਕੇ ਜਾ ਕੇ ਉਸੇ ਹੀਰੇ ਘਾਟ ਦੇ ਵਿੱਚ ਬਹਿ ਜਾਂਦੇ ਜਿੱਥੇ ਅਨੇਕਾਂ ਹੀ ਸਰੀਰ ਜਲਾਏ ਜਾਂਦੇ ਨੇ। ਜਦੋਂ ਜਾ ਕੇ ਮਾਂ ਪਿੱਛੇ ਚਲੀ ਗਈ, ਜਾ ਕੇ ਵੇਖਿਆ ਭਗਤ ਕਬੀਰ ਸਾਹਿਬ ਜੀ ਅੱਖਾਂ ਬੰਦ, ਨੇਤਰ ਬੰਦ ਨੇ। ਚਾਰੇ ਪਾਸੇ ਸਰੀਰ ਹੀ ਸਰੀਰ, ਉਹ ਸ਼ਮਸ਼ਾਨ ਘਾਟ ਦੇ ਵਿੱਚ ਚਾਰੇ ਪਾਸੇ ਸਰੀਰ ਹੀ ਸਰੀਰ ਜਲਾਏ ਜਾ ਰਹੇ ਨੇ। ਭਗਤ ਕਬੀਰ ਸਾਹਿਬ ਜੀ ਦੀ ਮਾਂ ਨੇ ਆ ਕੇ ਭਗਤ ਕਬੀਰ ਸਾਹਿਬ ਜੀ ਦੀ ਬਾਂਹ ਤੋਂ ਫੜ ਕੇ ਹਿਲਾਇਆ। ਕਬੀਰ ਤੂੰ ਮਾਂ ਨੂੰ ਝੂਠ ਬੋਲਿਆ ਆ। ਤੂੰ ਤਾਂ ਕਹਿਣਾ ਮੈਂ ਉੱਥੇ ਜਾ ਕੇ ਹੀਰੇ ਜਵਾਹਰ ਇਕੱਠੇ ਕਰਦਾ, ਪਰ ਆ ਇੱਥੇ ਆ ਕੇ ਤੂੰ ਤਾਂ ਜਿੱਥੇ ਕਿਉਂ ਮਾਂ ਨੂੰ ਹੁੰਦਾ ਹੈ ਨਾ ਵੀ ਮੇਰਾ ਪੁੱਤਰ ਕਿੱਥੇ ਚੱਲਿਆ। ਮਾਂ ਆਪਣੇ ਪੁੱਤਰ ਦਾ ਬੜਾ ਧਿਆਨ ਰੱਖਦੀ ਹੈ। ਹਰ ਇੱਕ ਚੀਜ਼ ਪੁੱਤਰਾ ਇੱਥੇ ਨਹੀਂ ਜਾਈਦਾ, ਦੇਖੀ ਕਿਤੇ ਤੇਰੇ ਉੱਤੇ ਉਹ ਆ ਨਾ ਕਰ ਦੇਣ। ਹਰੇਕ ਚੀਜ਼ ਤੋਂ ਜਾਣ ਕਿ ਮਾਂ ਵਰਜ ਕੇ ਰੱਖਦੀ ਹੈ। ਇਹ ਮਾਂ ਦਾ ਪੁੱਤਰ ਨਾਲ ਆਪਣੇ ਨਾਲ ਪ੍ਰੇਮ ਹੁੰਦਾ ਹੈ। ਜਦੋਂ ਮਾਂ ਉਸ ਬਾਜ਼ਾਰ ਵਿੱਚੋਂ ਲੰਘੀ, ਕੰਨਾਂ 'ਚ ਆਵਾਜ਼ਾਂ ਪਈਆਂ, ਇੱਥੋਂ ਕੱਫਣ ਲੈ ਜਾਓ, ਇੱਥੋਂ ਸਰੀਰ ਨੂੰ ਲਿਜਾਣ ਵਾਸਤੇ ਫੱਟੇ ਲੈ ਜਾਓ। ਭਾਵ ਕਿ ਮ੍ਰਿਤਕ ਦੇਹ ਦਾ ਸਾਰਾ ਸਮਾਨ, ਜੋ ਅਖੀਰਲੇ ਸਮੱਗਰੀ ਲੈ ਜਾਓ, ਜੋ ਵੀ ਕੁਝ ਹੁੰਦਾ ਹੈ। ਮਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਹੈ ਮੇਰਾ ਪੁੱਤਰ ਇਸ ਬਾਜ਼ਾਰ ਦੇ ਵਿੱਚੋਂ ਕਿਵੇਂ ਲੰਘ ਗਿਆ? ਇਹ ਤਾਂ ਇਉਂ ਹੁੰਦਾ ਜਿਵੇਂ ਕੋਈ ਮੌਤ ਦਾ ਬਾਜ਼ਾਰ ਲੰਘਿਆ ਜਾਂਦਾ ਹੋਵੇ, ਜਿਸ ਦੇ ਵਿੱਚ ਦੀ ਲੰਘਦੇ ਜਾਈਏ। ਭਗਤ ਕਬੀਰ ਸਾਹਿਬ ਜੀ ਨੂੰ ਬਾਂਹ ਲਾ ਕੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਬਾਂਹ ਤੋਂ ਫੜ ਕੇ ਮਾਂ ਕਹਿਣ ਲੱਗੇ, ਕਬੀਰ ਇੱਥੇ ਕੀ ਕਰਨ ਆਇਆ? ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਵੇਖ ਕਿਹੋ ਜਿਹੀਆਂ ਆਵਾਜ਼ਾਂ, ਕੋਈ ਕੁਛ ਕਹਿੰਦਾ, ਕੋਈ ਕਿੰਨੇ ਇੱਕ ਦਿਨ ਦੇ ਵਿੱਚ ਸਰੀਰ ਜਲਾਏ ਜਾਂਦੇ ਨੇ। ਅੱਜ ਵੀ ਬਨਾਰਸ ਦੇ ਵਿੱਚ ਉਸ ਸ਼ਮਸ਼ਾਨ ਹੀਰਾ ਘਾਟ ਦੇ ਵਿੱਚ ਅਨੇਕਾਂ ਜੀਵ ਜਲਾਏ ਜਾਂਦੇ ਆ। ਪੁੱਤਰਾ ਇੱਥੇ ਕੀ ਕਰਨ ਵਾਸਤੇ ਆਉਣਾ? ਮਾਂ ਮੈਂ ਤਾਂ ਹੀਰੇ ਜਵਾਹਰ ਇਕੱਠੇ ਕਰਨ ਵਾਸਤੇ ਆਉਣਾ। ਮਹਾਰਾਜ ਕਹਿੰਦੇ ਕਿਉਂ ਝੂਠ? ਮਾਂ ਕਹਿਣ ਲੱਗੀ, ਪੁੱਤਰਾ ਕਿਉਂ ਝੂਠ ਬੋਲਦਾ? ਕਦੇ ਘਰ ਤਾਂ ਲੈ ਕੇ ਨਾ ਆਇਆ। ਮਾਂ ਮੈਂ ਉਹ ਹੀਰਿਆਂ ਦੀ, ਉਹ ਜਵਾਹਰਾਂ ਦੀ ਗੱਲ ਨਹੀਂ ਕਰਦਾ ਜਿਹੜੇ ਤੂੰ ਕਹਿੰਦੀ ਐ। ਆ ਵੇਖ, ਜਦੋਂ ਮੈਂ ਘਰ ਦੇ ਵਿੱਚ ਰੱਬ ਦਾ ਨਾਮ ਜਪਣ ਲੱਗਦਾ ਨਾ, ਮੇਰੀ ਸੁਰਤ ਵਿਖੜ ਜਾਂਦੀ ਹੈ।
ਸਮਾਧੀ ਟੁੱਟ ਜਾਂਦੀ ਹੈ, ਘਰ ਦੇ ਕੰਮਾਂ ਵਿੱਚ ਧਿਆਨ ਚਲਿਆ ਜਾਂਦਾ ਹੈ। ਸਾਧ ਸੰਗਤ ਮਾਫ ਕਰਿਓ, ਅੱਜ ਵੀ ਜਦੋਂ ਆਪਾਂ ਕਿਤੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਲੱਗਦੇ ਆ ਨਾ, ਸਾਰਾ ਨਿਤਨੇਮ ਤਾਂ ਇੱਕ ਪਾਸੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਸਾਰੀਆਂ ਗਿੱਟ-ਮਿੱਟਾਂ ਕਰ ਲੈਂਦਾ। ਅੱਜ ਦਿਨ ਦੇ ਵਿੱਚ ਆਹ ਕੰਮ ਕਰਨੇ ਨੇ। ਭਗਤ ਕਬੀਰ ਸਾਹਿਬ, ਮਾਂ ਮੈਂ ਇੱਥੇ ਆ ਕੇ ਤਾਂ ਬਹਿਣਾ ਜਦੋਂ ਘਰ ਦੇ ਵਿੱਚ ਮੈਂ ਨਾਮ ਜਪਣ ਬਹਿਣਾ, ਮੇਰੇ ਘਰ ਦੇ ਕੰਮਾਂ ਕਾਰਾਂ ਵਿੱਚ ਧਿਆਨ ਚਲੇ ਜਾਂਦਾ ਹੈ, ਰੱਬ ਨਾਲੋਂ ਸਮਾਧੀ ਟੁੱਟ ਜਾਂਦੀ ਹੈ, ਨੇਤਰ ਖੁੱਲ ਜਾਂਦੇ ਨੇ। ਇੱਥੇ ਆ ਕੇ ਜਦੋਂ ਮੈਂ ਬਹਿਣਾ ਨਾ, ਆ ਸਾਰਾ ਕੁਝ ਸਰੀਰ ਜਲਦੇ ਹੋਏ ਸਰੀਰਾਂ ਨੂੰ ਸਾਹਮਣੇ ਵੇਖਦਾ ਹਾਂ। ਮਾਂ ਮੈਨੂੰ ਮੌਤ ਯਾਦ ਆਉਂਦੀ ਹੈ। ਜਦੋਂ ਮੌਤ ਯਾਦ ਆਉਂਦੀ ਹੈ, ਮੇਰਾ ਰੱਬ ਦੇ ਨਾਲ ਧਿਆਨ ਜੁੜਦਾ ਹੈ। ਆਪਣਾ ਪ੍ਰਕਰਨ ਇੱਥੋਂ ਜਦੋਂ ਮੌਤ ਯਾਦ ਹੋਵੇਗੀ, ਰੱਬ ਜੀ ਦਾ ਨਾਮ ਵੀ ਯਾਦ ਆਊਗਾ, ਵਾਹਿਗੁਰੂ ਮੂੰਹ ਦੇ ਵਿੱਚੋਂ ਨਿਕਲੂਗਾ। ਮਾਂ ਮੈਂ ਇੱਥੇ ਆ ਕੇ ਤਾਂ ਬਹਿਣਾ ਜਦੋਂ ਆ ਸਾਹਮਣੇ ਸਰੀਰਾਂ ਨੂੰ ਜਲਦੇ ਹੋਏ ਵੇਖਦਾ ਹੈ ਨਾ, ਸਰੀਰਾਂ ਹੋਇਆਂ ਜਲਦਿਆਂ ਨੂੰ ਵੇਖਦਾ ਹੈ, ਫਿਰ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਕਬੀਰਾ ਕਿੰਨਾ ਕੁ ਖਾਵੇਂਗਾ, ਕਿੰਨਾ ਕੁ ਸੌਵੇਂਗਾ, ਕਿੰਨਾ ਕੁ ਤਨ ਤੇ ਕੱਪੜਾ ਪਾ ਕੇ ਹੰਢਾ ਲਏਗਾ, ਅਖੀਰ ਨੂੰ ਹਾਲ ਤੇਰਾ ਵੀ ਇਹੀ ਹੋਣਾ ਹੈ। ਆਖੋ ਸਤਨਾਮ ਸ਼੍ਰੀ। ਅਖੀਰ ਨੂੰ ਹਾਲ ਤੇਰਾ ਵੀ ਇਹੀ ਹੋਣਾ ਹੈ। ਕਿੰਨੇ ਸਰੀਰ ਇੱਕ ਦਿਨ ਦੇ ਵਿੱਚ ਜਲਾਏ ਜਾਂਦੇ ਨੇ। ਉਹ ਕਬੀਰਾ ਇੱਕ ਦਿਨ ਤੇਰੇ ਨਾਲ ਵੀ ਇਸੇ ਤਰ੍ਹਾਂ ਤੇਰੇ ਸਕੇ ਸੰਬੰਧੀ ਆ ਕੇ ਤੈਨੂੰ ਆ ਵੇਖ, ਜਿੰਨੇ ਸਰੀਰ ਛੱਡ ਕੇ ਜਾਂਦੇ ਨੇ, ਜਲਾ ਕੇ ਚਲੇ ਜਾਂਦੇ ਨੇ, ਡੱਕਾ ਤੋੜ ਕੇ ਪਿੱਛੇ ਮੁੜ ਜਾਂਦੇ ਨੇ। ਇੱਕ ਦਿਨ ਕਬੀਰਾ ਤੈਨੂੰ ਵੀ ਇਸੇ ਤਰ੍ਹਾਂ ਤੇਰੇ ਸਕੇ ਸੰਬੰਧੀਆਂ ਨੇ ਅੱਗ ਲਾ ਕੇ ਪਰੇ ਹੋ ਜਾਣਗੇ। ਸੋਚ ਲੈ, ਕੁਝ ਸਮੇਂ ਨੂੰ ਵਿਚਾਰ ਲੈ। ਮਾਂ ਤਾਂ ਇੱਥੇ ਆ ਕੇ ਬਹਿਣਾ ਮੈਂ, ਜਦੋਂ ਜਲਦੇ ਹੋਏ ਸਰੀਰਾਂ ਨੂੰ ਵੇਖਦਾ ਨਾ, ਮੈਨੂੰ ਰੱਬ ਦਾ ਨਾਮ ਚੇਤੇ ਆਉਂਦਾ। ਫਿਰ ਮੁਖੋਂ ਭਗਤ ਕਬੀਰ ਸਿੰਘ ਬਚਨ ਉਚਾਰੇ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਆਓ ਸਾਰੇ ਪੜਿਓ ਪਰੇ ਨਾਲੇ। ਜਿੰਦ ਮੇਰੀ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ। ਚਿੱਟੇ ਦੰਦ ਬਣਨ ਕੇ ਕੋਲੇ, ਹੱਡੀਆਂ ਦੀ ਰਾਖ ਬਣ ਜੂ, ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਹਾਂ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਮੇਰੀਏ
सुनो मन मेरे एही हवाल होएंगे तेरे। आ जिहड़ा कुछ अखां दे सामने वेख रहे हैं कबीरा, एक ना एक दिन तेरे नाल भी इसे दिन आ चिट्टे दंद महाराज कहंदे हड्डियां आ सारा कुछ, केस जले जैसे घास का पूला, हाट जरे जैसे लकड़ी का तूला। आ तेरे हड्ड जिवें लकड़ी नूं अग ला देने इस तरह जल जाणगे। आ लंबे लंबे केस जिवें घाह दे पूले नूं अग ला दी आउं जल जाणगे। भगत कबीर साहब जी ने कली कली गल दा बाणी दे अंदर वचन कीता है। कबीरा किन्ना क खावेगा किन्ना क हटावेगा, अखीर नूं हाल तेरा भी यही होना। मां मैं तां इत्थे आके बहना, मैनूं रब दा नाम चेते आउंदा, मौत नूं हमेशा याद रखना। ठीक है महाराज कहंदे तूं अपने घरां दे विच रह, अपने धीआं पुत्रां दे विच रह, क्योंकि साध संग गुरु नानक महाराज ने किते नहीं कहा बई घर छड्ड के तू किते जंगलां ते जाके बह, किते तू पहाड़ां ते जाके लुक छिप के तू भगती कर। सानू तो महाराज जी ने बहुत सुखाला ढंग दस दिते। ठीक है पहला समा सी बड़े बड़े जोगी साध संगत गुरु नानक महाराज जी तो पहला कोई किवें तपस्या करदा, कोई पुट्ठे लटक के तपस्या करदा, कोई अपने घर वार नूं छड्ड के साध संगत पहाड़ां ते चढ़ जांदे वड्डियां वड्डियां चोटियां ते, कोई अपना घर वार छड्ड के जंगलां विच जाके रहन लग जांदे। पर महाराज जी ने तो बड़ा कलयुग दे विच कलयुग नानक नाम सखाला, भाई गुरदास जी दियां वारां कलयुग नानक नाम सखाला। महाराज कहंदे कलयुग दे विच तां तैनूं नाम जपना बहुत सौखा है। किवें? तूं अपने घर दे विच रहना, किते तूं बाहर नहीं भजना, अपने घर दे विच रह। बस रहना किवें है? ब्रह्म ज्ञानी सदा निर्लेप, जैसे जल में कमल अलीप। गुरु अर्जन देव जी महाराज उदाहरण दी, जिवें एक गुलाब दा फुल उगदा छप्पड़ दे विच है, गंदगी दे विच उगदा है। ठीक है ओदियां जड़ां गंदगी दे विच जरूर ने, छप्पड़ गंदे पानी दे विच जरूर ने, पर जिहड़ा ओ खुशबूदार फुल है उत्ते जिहड़ा महकां दिंदा है, पर गुलाब दा फुल कदे अपनियां ओ पंखड़ियां नूं भिजण नहीं दिंदा। आखो सतनाम श्री। महाराज कहंदे मोह रखना अपने परिवार दे नाल, मोह रखना अपने धीआं पुत्रां दे नाल, क्योंकि छड्ड के इन्हां नूं जा नहीं सकदे। साध संगत महाराज कहंदे रहना इउं है जिवें गुलाब दा फुल साध संगत छप्पड़ दे विच उगदा, गंदे पानी दे विच उगदा। ठीक है तेरा इन्हां घर दे विच रह के, इस गंदगी दे विच रह के तूं इउं रहना, अकाल पुरख वाहिगुरू दे नाम नूं सदा याद रखना, मौत नूं याद रखना। ठीक गुलाब दे फुल दी तरह जड़ां ओदियां पानी दे विच जरूर ने, गंदे दे विच, पर जिहड़ियां महकदार पंखड़ियां ने उन्हां नूं कदे भेजण नहीं दिंदे। तुम ही अपनी सुरत नूं इस धीआं पुत्रां नालों वख रखना है। जिथे अटैच है उत्थे डिटैच, जिथे इन्हां नाल जुड़िया होया एक दिन कह भी कोई गल नहीं अज धीआं पुत्रां दे विच खेडदा है, महाराज जद बुलावा आ गया कल नूं इन्हां नूं छड्ड के चले जावांगे। दोने चीज़ां बरोबर भी अज इन्हां दे कोल आ कल नूं छड्ड के चले जाऊं फिर भी कोई गल नहीं। जदों आ गया हुक्म जिहा चीरी लिखिया तेहा हुक्म कमाहे, कल्ले आवे नानका सदे उठी। ये तो आप वचन पढ़ते हैं ना, ये आम ही साडे जदों कोई भी अंतम अरदास हुंदी है असीं आम पढ़ते हैं, जिहा चीरी लिखिया तेहा हुक्म कमाहे। भी बंदा जिहो जे कर्म इस दुनिया ते आके करदा है, जिहो जिहा लिखा के आंदा उहो जे कर्म करदा। जिहा चीरी लिखिया तेहा हुक्म कमाए, कल्ले आवे नानक। असीं आम जड़ो बंदा इस दुनिया तो चले जांदा, जिहड़ा जीव चले जांदा उस वास्ते पंक्तियां वरतदे हैं। भी माता सुरजीत कौर जी आए सन, जदों उन्हां नूं सद्दा मिलिया तो उस दिन तो चले गए। अपने मन दे विच ख्याल यही है भी ये पंक्तियां उन्हां वास्ते ने, और माफ करो ये बाणी दियां पंक्तियां साडे वास्ते ने जिहड़े जिउंदे बैठे आ। वो तो महाराज ने कह दिता जो आया सो चल सी,
ਸਭ ਕੋਈ ਆਈ ਵਾਰੀ। ਮਹਾਰਾਜ ਕਹਿੰਦੇ, ਗੁਰੂ ਨਾਨਕ ਮਹਾਰਾਜ ਕਹਿੰਦੇ, ਜਿਹੜਾ ਇਸ ਦੁਨੀਆ ਤੇ ਆ ਗਿਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਮਾਤਾ ਸੁਰਜੀਤ ਕੌਰ ਜੀ ਚਲੇ ਗਏ। ਇਹ ਪੰਗਤੀ ਉਹਨਾਂ ਤੇ ਹੈ, ਜੋ ਆਇਆ ਸੋ ਚੱਲ ਸੀ। ਆਹ ਪੰਗਤੀ ਸਾਡੇ ਤੇ ਆ। ਮਹਾਰਾਜ ਕਹਿੰਦੇ ਸਭ ਕੋਈ ਆਈ ਵਾਰੀ ਹੈ, ਇਹ ਵਾਰੀ ਸਾਰਿਆਂ ਨੂੰ ਆਉਣੀ ਹੈ। ਅਗਲੀ ਪੰਗਤੀ ਮਹਾਰਾਜ ਸਾਡੇ ਵਾਸਤੇ ਹੈ, ਜਿਹੜੇ ਜਿਉਂਦੇ ਬੈਠੇ ਆ ਅੱਜ ਅਸੀਂ। ਮਹਾਰਾਜ ਕਹਿੰਦੇ ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ। ਉਹ ਜਿਹੜਾ ਚਲਿਆ ਗਿਆ, ਜਿਹੜਾ ਮਾਰੀ ਗਿਆ, ਉਹਦੇ ਵਾਸਤੇ ਤਾਂ ਹੁਣ ਕੀ ਹੈ, ਚਲੇ ਹੀ ਗਿਆ ਜਿਹੜਾ ਦੁਨੀਆ ਤੋਂ। ਪਰ ਤੇਰੇ ਅੰਦਰ ਤਾਂ ਹਰੇ ਸਵਾਸ ਹੈ ਨੇ, ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਤੂੰ ਕਿਉਂ ਭੁੱਲੀ ਬੈਠਾ ਹੈ? ਬਸ ਗੱਲ ਇੰਨੀ ਕਿ ਮਹਾਰਾਜ ਕਹਿੰਦੇ ਤੇਰਾ ਮੋਹ ਜਿਹੜਾ ਨਾ ਇਸ ਸਰੀਰ ਰੂਪੀ ਧਰਤੀ ਤੇ ਰੋਜ਼ ਹੀ ਇਹ ਹੜ ਆਇਆ ਰਹਿੰਦਾ ਮੋਹ ਦਾ। ਤਿਤ ਸਰਵਰ ਡੈ ਭਈਅਲੇ ਨਿਵਾਸਾ, ਰੋਜ਼ ਰਹਿ ਰਸ ਦੀ ਬਾਣੀ ਵਿੱਚ ਪੜ੍ਹਦੇ ਆ। ਤਿਤ ਸਰਵਰ ਡੈ ਭਈਅਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੁੱਬੀ ਅਲੀ। ਜਿਹੜੇ ਇਸ ਮੋਹ ਦੇ ਵਿੱਚ ਫਸ ਗਏ, ਮਹਾਰਾਜ ਕਹਿੰਦੇ ਉਹ ਮੈਂ ਆਪਣੇ ਅੱਖੀਂ ਡੁੱਬਦੇ ਵੇਖੇ। ਇਹ ਨਹੀਂ ਕਹਿਣਾ ਵੀ ਮੋਹ ਸਾਡੇ ਗੁਰੂਆਂ ਨੂੰ ਵੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਮੋਹ ਸੀ ਆਪਣੇ ਸਿੰਘਾਂ ਦੇ ਨਾਲ। ਜਦੋਂ ਮਹਾਰਾਜ ਸਾਧ ਸੰਗਤ ਚਮਕੌਰ ਸਾਹਿਬ ਦੀ ਜੰਗ ਲੜ ਕੇ ਮਾਛੀਵਾੜੇ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਨੇ। ਵਾਹਿਗੁਰੂ ਜਿਸ ਵੇਲੇ ਆਨੰਦਪੁਰ ਸਾਹਿਬ ਸਰਸਾ ਦੀ ਜੰਗ ਲੜ ਕੇ ਚਮਕੌਰ ਸਾਹਿਬ ਦੇ ਗੜੀ ਦੇ ਅੰਦਰ ਪਹੁੰਚੇ, ਰਾਤ ਪਈ ਹੈ। ਮਹਾਰਾਜ ਰਾਤ ਨੂੰ ਆਪਣੇ ਸਿੰਘਾਂ ਨੂੰ ਕਹਿਣ ਲੱਗੇ, ਭਾਈ ਦਿਆ ਸਿੰਘ ਨੂੰ, ਦਿਆ ਸਿੰਘੋ ਸਾਰੇ ਆਰਾਮ ਕਰੋ, ਮੈਂ ਪਹਿਰਾ ਦਿਨਾ। ਸਾਧ ਸੰਗਤ ਮੋਹੀ ਸੀ ਮਹਾਰਾਜ ਨੂੰ, ਗੁਰੂ ਜਾਗਦਾ ਰਹੇ ਤੇ ਸਿੰਘ ਸੌਂ ਜਾਣ। ਇਹ ਸਿੰਘਾਂ ਨਾਲ ਦੇ ਮੋਹ ਸੀ। ਗੁਰੂ ਨਾਨਕ ਮਹਾਰਾਜ ਦਾ ਮੋਹ ਵੀ ਸੀ ਭਾਈ ਮਰਦਾਨੇ ਦੇ ਨਾਲ, ਭਾਈ ਵਾਲਾ ਜੀ ਦੇ ਨਾਲ। ਜਦੋਂ ਜੱਬਲਪੁਰ ਜਾਈਏ ਨਾ, ਭਾਈ ਮਰਦਾਨਾ ਰਵਾਬ ਸੁੱਟ ਕੇ ਚੱਲਿਆ, ਮਹਾਰਾਜ ਮੈਂ ਨਹੀਂ ਅੱਜ ਤੋਂ ਬਾਅਦ ਤੁਹਾਡੇ ਨਾਲ ਜਾਣਾ ਕਿਤੇ। ਜਦੋਂ ਕੋਈ ਨਗਰ ਆਉਂਦਾ ਤੁਸੀਂ ਨਾਲ ਤੋਰ ਕੇ ਲਿਆਉਂਦੇ ਆ, ਨਗਰ ਦੇ ਵਿੱਚ ਜਾਣ ਨਹੀਂ ਦਿੰਦੇ, ਜੰਗਲਾਂ ਦੇ ਵਿੱਚ ਆ ਕੇ ਤੁਸੀਂ ਬਿਠਾ ਦਿੰਦੇ ਹੋ, ਮੈਂ ਤਾਂ ਭੁੱਖਾ ਮਰ ਜੂ। ਸਿੜਤੀ ਰਵਾਬ, ਮਹਾਰਾਜ ਮੈਂ ਚੱਲਿਆ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਮਰਦਾਨੇ ਨਾ ਕਰ, ਵੇ ਘਣਾ ਜੰਗਲ ਹੈ, ਕੋਈ ਵੀ ਕਿੰਨੇ ਜੰਗਲੀ ਜਾਨਵਰ ਇੱਥੇ ਰਹਿੰਦੇ ਹੋਣਗੇ, ਨਾਲ ਸਾਥ ਬਣਾ ਕੇ ਚੱਲ। ਨਹੀਂ ਮਹਾਰਾਜ ਮੈਂ ਤੁਹਾਡਾ ਖਹਿੜਾ ਛੱਡਿਆ, ਮੈਂ ਚੱਲਿਆ। ਸਾਧ ਸੰਗਤ ਚੱਲਿਆ ਗਿਆ। ਗਾਂ ਬੈਠਾ ਸੀ ਰਾਖਸ਼, ਜਿਹਦਾ ਨਾਮ ਇਤਿਹਾਸ ਵਿੱਚ ਆਪ ਪੜ੍ਹਦੇ ਆ ਕੌਡਾ ਰਾਖਸ਼। ਸਾਧ ਸੰਗਤ ਰਾਖਸ਼ ਭਾਈ ਮਰਦਾਨੇ ਨੂੰ ਫੜ ਲਿਆ, ਬੜਾ ਖੁਸ਼ ਹੋਇਆ। ਖੁਸ਼ ਹੋਣੇ ਆਪੇ ਹੋਣਾ ਸੀ, ਅੱਗੇ ਤਾਂ ਜੰਗਲੀ ਜਾਨਵਰਾਂ ਨੂੰ ਤਲ ਤਲ ਕੇ ਖਾਂਦਾ ਸੀ, ਮਰਿਆ ਹੋਇਆਂ ਨੂੰ। ਖੁਸ਼ ਇਉਂ ਸੀ ਵੀ ਜਿਉਂਦਾ ਤਾਂ ਅੱਜ ਹੀ ਆਇਆ ਹੱਥ, ਅੱਗੇ ਤਾਂ ਮਰਿਆ ਹੋਇਆਂ ਨੂੰ ਖਾਂਦਾ, ਬੜਾ ਖੁਸ਼। ਗੁਰੂ ਨਾਨਕ ਮਹਾਰਾਜ ਜੀ ਸਾਰੀ ਗੱਲ ਨੂੰ ਸਮਝ ਗਏ। ਗੁਰੂ ਨਾਨਕ ਮਹਾਰਾਜ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਮਰਦਾਨੇ ਨੂੰ ਤਾਂ ਫੜ ਲਿਆ ਰਾਖਸ਼ ਨੇ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡਾ ਹੁਕਮ ਨਹੀਂ ਮੰਨਿਆ, ਜਾਂਦਾ ਜਾਣ ਦੋ। ਜਾਂ ਤੁਹਾਡਾ ਹੁਕਮ ਹੀ ਨਾ ਮੰਨਿਆ ਉਹਨੇ, ਜਾਂਦਾ ਤਾਂ ਚਲੇ ਜਾਣ ਦੋ। ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਮੈਨੂੰ ਦੋ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ। ਕਿਉਂ? ਮੈਨੂੰ ਉਹਦੀ ਲਾਜ ਰੱਖਣੀ ਪੈਣੀ ਹੈ, ਮੈਨੂੰ ਉਹਦੀ ਰੱਖਿਆ ਕਰਨੀ ਪੈਣੀ ਹੈ। ਮਹਾਰਾਜ ਕਿਉਂ ਕਰਨੀ ਹੈ? ਬਾਲਿਆ ਯਾਦ ਕਰ, ਜਿਸ ਵੇਲੇ ਮੇਰੇ ਨਾਲ ਉਹ ਘਰ ਤੋਂ ਤੁਰਿਆ ਸੀ ਰਵਾਬ ਲੈ ਕੇ। ਗੁਰੂ ਨਾਨਕ ਮਹਾਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਐਸੇ ਬਚਨ ਕਰਦੇ ਆ, ਬਾਲਿਆ ਮੈਨੂੰ ਉਹਦੀ ਰੱਖਿਆ ਕਰਨੀ ਪੈਣੀ ਹੈ। ਕਿਉਂ ਕਰਨੀ ਪੈਣੀ ਹੈ? ਪ੍ਰਥਮ ਮੋਹੇ ਤਾਂ ਸਿਉ ਹੈ ਕਾਜਾ, ਮੈਨੂੰ ਉਹਦੇ ਤੱਕ ਕੰਮ ਹੈ। ਆਪਾਂ ਉਹ ਤੋਂ ਰਵਾਬ ਵਜਵਾਉਣੀ ਹੈ, ਪਤਾ ਨਹੀਂ ਕੀਰਤਨ ਦੇ ਨਾਲ ਕਿੰਨੀਆਂ ਸੰਗਤਾਂ ਦਾ ਭਲਾ ਕਰਨਾ ਹੈ, ਆਪਾਂ ਨੂੰ ਉਹਦੇ ਤਾਂ ਹੀ ਕੰਮ ਹੈ। ਪ੍ਰਥਮ ਮੋਹੇ ਤਾਂ ਸਿਉ ਹੈ ਕਾਜਾ। ਦੂਸਰੀ ਗੱਲ, ਦੁਤੀਆ ਬਾਹ ਫੜੇ ਕੀ ਲਾਜਾ, ਮੈਨੂੰ ਬਾਹ ਫੜੀ ਦੀ ਲਾਜ ਰੱਖਣੀ ਪੈਣੀ ਹੈ। ਆਖੋ ਸਤਨਾਮ ਸ਼੍ਰੀ। ਇਹ ਗੁਰੂ ਨਾਨਕ ਮਹਾਰਾਜ ਦਾ ਭਾਈ ਮਰਦਾਨਾ ਜੀ ਦੇ ਨਾਲ ਮੋਹ ਸੀ। ਮੈਨੂੰ ਬਾਹ ਫੜੀ ਦੀ ਲਾਜ ਰੱਖਣੀ ਪੈਣੀ ਹੈ। ਜਦੋਂ ਮੈਂ ਘਰ ਤੋਂ ਤੁਰਿਆ ਸੀ, ਉਹਦੀ ਬਾਹ ਫੜ ਕੇ ਲੈ ਕੇ ਆਇਆ ਸੀ, ਮੈਨੂੰ ਬਾਹ ਫੜੀ ਦੀ ਲਾਜ ਰੱਖਣੀ ਪੈਣੀ ਹੈ। ਗੁਰੂ ਨਾਨਕ ਮਹਾਰਾਜ ਉੱਥੇ ਪਹੁੰਚ ਗਏ, ਨਾਲ ਭਾਈ ਬਾਲੇ ਨੂੰ ਲੈ ਕੇ। ਸਾਹਮਣੇ ਵੇਖਦੇ ਆ
ਕੜਾਹਾ ਤੇਲ ਦਾ ਗਰਮ ਹੈ ਤੇ ਸਾਧ ਸੰਗ ਭਾਈ ਮਰਦਾਨੇ ਨੂੰ ਫੜ ਕੇ ਸਿੱਟਣ ਲੱਗਿਆ ਕੜਾਹੇ ਦੇ ਵਿੱਚ। ਭਾਈ ਬਾਲਾ ਕਹਿਣ ਲੱਗਿਆ ਮਹਾਰਾਜ ਹੁਣ ਆਏ ਆ ਬਚਾ ਲਓ, ਤਾਂ ਕੜਾਹੇ ਦੇ ਵਿੱਚ ਸਿੱਟਣ ਲੱਗਿਆ। ਗੁਰੂ ਨਾਨਕ ਮਹਾਰਾਜ ਨੂੰ ਭਾਈ ਬਾਲਾ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਬਾਲਿਆ ਚੁੱਪਚਾਪ ਵੇਖੀ ਜਾ ਕੀ ਹੋ ਰਿਹਾ ਹੈ। ਜਦੋਂ ਸਾਧ ਸੰਗ ਭਾਈ ਮਰਦਾਨੇ ਨੂੰ ਉਸ ਤਪਦੇ ਕੜਾਹੇ ਦੇ ਵਿੱਚ ਸਿੱਟਿਆ ਨਾ, ਸਾਧ ਸੰਗਤ ਭਾਈ ਬਾਲਾ ਜੀ ਵਾਹਿਗੁਰੂ ਭਾਈ ਮਰਦਾਨਾ ਜੀ ਉਸ ਤਪਦੇ ਕੜਾਹੇ ਵਿੱਚ ਇਉਂ ਖੜੇ ਨੇ ਜਿਵੇਂ ਕੋਈ ਸਾਧ ਸੰਗ ਬਰਫ਼ ਦੀ ਸਿੱਲੀ ਦੇ ਉੱਤੇ ਖੜਾ ਹੋਵੇ, ਇਉਂ ਠੰਡਾ ਠਾਰ ਜਲ ਮਹਿਸੂਸ ਹੋਵੇ। ਤਾਂ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕੁਛ ਵੀ ਕਰ ਸਕਦੇ ਸੀ ਉਹ ਆਪ ਸੰਪੂਰਨ ਕਲਾ ਸਮਰੱਥ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਇਸ ਦੁਨੀਆ ਤੇ ਆਏ। ਜਦੋਂ ਵੇਖਿਆ ਮੈਂ ਤਾਂ ਕੌਡੇ ਰਾਜ ਨੇ ਵੀ ਮੈਂ ਤਾਂ ਸਿੱਟਤਾ ਇਹਦੇ ਵਿੱਚ, ਇਹਨੂੰ ਹੋਇਆ ਹੀ ਕੁਛ ਨਹੀਂ। ਆਲੇ ਦੁਆਲੇ ਭੌਂਤਲੇ ਜਿਹਨੇ ਵਿੱਚ ਵੇਖਿਆ ਨਾ, ਇਹਨੂੰ ਗੁਰੂ ਨਾਨਕ ਮਹਾਰਾਜ ਜੀ ਦਿਸ ਪਏ। ਆ ਕੇ ਕਹਿਣ ਲੱਗਿਆ ਕੌਣ ਹੋ ਤੁਸੀਂ, ਇੰਨੀਆਂ ਸ਼ਕਤੀਆਂ ਦੇ ਮਾਲਕ? ਤੇ ਸਾਧ ਸੰਗਤ ਇਹ ਰਾਖਸ਼ ਪਤਾ ਕਿਉਂ ਬਣਿਆ ਸੀ? ਪਿਛਲੇ ਜਨਮ ਵਿੱਚ ਇਹ ਰਿਸ਼ੀ ਸੀ, ਬਹੁਤ ਵੱਡਾ ਰਿਸ਼ੀ ਹੋਣ ਦੇ ਬਾਵਜੂਦ ਵੀ ਜਦੋਂ ਜਿਸ ਗੁਰੂ ਕੋਲੋਂ ਇਹਨੇ ਵਿਦਿਆ ਪ੍ਰਾਪਤ ਕੀਤੀ ਸੀ ਉਹ ਇਹਨੂੰ ਮਿਲਣ ਵਾਸਤੇ ਆਇਆ। ਇਹ ਆਪ ਸਾਹਿਬ ਜੀ ਰਾਮ ਨਾਲ ਬੈਠੇ ਨੇ, ਉਹ ਰਿਸ਼ੀ ਖੜਾ ਹੈ, ਆਪਦੇ ਗੁਰੂ ਦਾ ਨਰਾਦਰ ਕੀਤਾ। ਉਹ ਗੁਰੂ ਨੇ ਇਹਨੂੰ ਫਿਰ ਸ਼ਰਾਪ ਦਿੱਤਾ, ਕਹਿੰਦਾ ਜਾਓ 4 ਅੱਖਰ ਪੜ੍ਹ ਕੇ ਤੂੰ ਆਪਦੇ ਗੁਰੂ ਦਾ ਸਤਿਕਾਰ ਨਾ ਕਰ ਸਕਿਆ, ਆਪਦੇ ਆਪ ਨੂੰ ਵੱਡਾ ਸਮਝਣ ਲੱਗ ਗਿਆ। 4 ਅੱਖਰ ਮੇਰੇ ਕੋਲੋਂ ਵਿਦਿਆ ਦੇ ਪੜ੍ਹ ਕੇ ਤੂੰ ਆਪਣੇ ਗੁਰੂ ਦਾ ਸਤਿਕਾਰ ਨਾ ਕੀਤਾ, ਜਾਂ ਅਗਲਾ ਜਨਮ ਤੈਨੂੰ ਮੈਂ ਸਾਧ ਸੰਗਤ ਰਾਖਸ਼ਾਂ ਵਾਲਾ ਦਿਨਾ। ਆਖੋ ਸਤਨਾਮ ਸ਼੍ਰੀ। ਉਸ ਸਮੇਂ ਜੇ ਕੌਡੇ ਨੂੰ ਸ਼ਰਾਪ ਹੋਇਆ ਸੀ, ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ। ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਅਸੀਂ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ, ਗੁਰੂ ਦਾ ਸਤਿਕਾਰ ਕਰਦੇ ਹਾਂ। ਦੂਸਰੇ ਨੰਬਰ ਤੇ ਆ ਜਾਓ, ਗੁਰੂ ਨਾਨਕ ਦੀ ਬਾਣੀ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਨੇ ਮਾਂ ਪਿਓ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਕੀ ਅਸੀਂ ਆਪਣੇ ਘਰਾਂ ਦੇ ਵਿੱਚ ਮਾਂ ਪਿਓ ਦਾ ਸਤਿਕਾਰ ਕਰਦੇ ਹਾਂ? ਕੀ ਅਸੀਂ ਆਪਣੇ ਘਰ ਵਿੱਚ ਬੁੱਢੇ ਮਾਂ ਪਿਓ ਦਾ ਸਤਿਕਾਰ ਕਰਦੇ ਹਾਂ? ਮਾਫ ਕਰਿਓ ਜੇ ਨਹੀਂ ਕਰਦੇ ਨਾ, ਜਿਵੇਂ ਉਹਨੇ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ, ਰਾਖਸ਼ਾਂ ਵਾਲੀ ਜੂਨੀ ਵਿੱਚ ਪਿਆ। ਘਰ ਦੇ ਵਿੱਚ ਮਾਂ ਪਿਓ ਬੁੱਢੇ ਉਹਨਾਂ ਦਾ ਸਤਿਕਾਰ ਨਹੀਂ ਕਰਦਾ, ਅਗਲਾ ਜਨਮ ਆਪੇ ਵੇਖ ਲਓ ਕਿਹੜਾ ਮਿਲਣਾ। ਆਖੋ ਸਤਨਾਮ ਸ਼੍ਰੀ। ਬਸ ਰਾਖਸ਼ਾਂ ਵਾਲੀ ਜੂਨੀ ਤਿਆਰ ਹੈ ਸਾਡੇ ਵਾਸਤੇ ਅਗਲੀ। ਜੇ ਘਰ ਦੇ ਵਿੱਚ ਮਾਂ ਪਿਓ ਬੈਠੇ ਨੇ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਕੋਈ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਜੇ ਘਰ ਦੇ ਵਿੱਚ ਜਿਉਂਦੇ ਮਾਂ ਪਿਓ ਬੈਠੇ ਨੇ ਨਾ, ਉਹਨਾਂ ਦੀ ਸੇਵਾ ਕਰ ਲਓ। 68 ਤੀਰਥਾਂ ਦਾ ਫਲ ਮਹਾਰਾਜ ਕਹਿੰਦੇ ਘਰ ਬੈਠਿਆਂ ਮਿਲ ਜੂ। ਆਖੋ ਸਤਨਾਮ ਸ਼੍ਰੀ। ਘਰ ਦੇ ਵਿੱਚ ਬੈਠੇ ਆ। ਮਾਫ ਕਰੋ, ਇਹ ਤਾਂ ਗੱਲਾਂ ਕਹਿਣ ਕਹਾਉਣ ਦੀਆਂ ਮੈਂ ਕਹਿਤੀਆਂ, ਤੁਸੀਂ ਸੁਣ ਲੀਆਂ। ਹੁਣ ਤਾਂ ਘਰਾਂ ਦੇ ਵਿੱਚ ਪਤਾ ਹੈ ਨਾ ਵੀ ਕਿੰਨਾ ਕੁ ਸਤਿਕਾਰ ਕਰਦੇ ਆ ਮਾਂ ਪਿਓ ਦਾ। ਸਤਿਕਾਰ ਕਰਦੇ ਹੁੰਦੇ ਕਿਉਂ? ਬਿਰਧ ਆਸ਼ਰਮ ਖੁੱਲ੍ਹਦੇ, ਮਾਂ ਪਿਓ ਤਾਂ ਬਿਰਧ ਆਸ਼ਰਮ ਵਿੱਚ ਰੁਲਦੇ ਫਿਰਦੇ ਨੇ। ਮਾਫ ਕਰਿਓ, ਇੱਕ ਮਾਂ 4-5 ਪੁੱਤਰਾਂ ਨੂੰ ਕੱਲੀ ਪਾਲ ਲੈਂਦੀ ਹੈ, ਚਾਹੇ ਗੋਹਾ ਕੂੜਾ ਕਰਕੇ ਪਾਲੇ, ਜੋ ਕੁਛ ਮਰਜ਼ੀ ਕਰੇ। ਪਰ ਅਖੀਰ ਮਹਾਰਾਜ ਸਾਧ ਸੰਗਤ ਮਾਂ ਤੇ ਬੁਢੇਪਾ ਆ ਜਾਏ, 4-5 ਪੁੱਤਰਾਂ ਤੋਂ ਇੱਕ ਮਾਂ ਨਹੀਂ ਸਾਂਭੀ ਜਾਂਦੀ। ਆਖੋ ਸਤਨਾਮ ਸ਼੍ਰੀ। ਕੁਛ ਵਿਚਾਰੋ। ਮਹਾਰਾਜ ਕਹਿੰਦੇ ਗੁਰਦੇਵ ਮਾਤਾ ਜੇ ਪਹਿਲਾ ਗੁਰੂ ਦਾ ਦਰਜਾ ਦਿੱਤਾ ਤੇ ਉਹ ਮਾਂ ਨੂੰ ਦਿੱਤਾ। ਸਾਧ ਸੰਗਤ ਇਹਨੂੰ ਵੀ, ਕੌਡੇ ਰਾਖਸ਼ ਨੂੰ ਵੀ ਇੱਕ ਗੁਰੂ ਦਾ ਸਤਿਕਾਰ ਨਾ ਕੀਤਾ ਰਾਖਸ਼ਾਂ ਵਾਲੀ ਜੂਨੀ ਵਿੱਚ। ਸਾਧ ਸੰਗਤ ਉਹਨੇ ਸ਼ੀਸ਼ਾ ਦਿੱਤਾ ਹੋਇਆ ਸੀ, ਕਹਿੰਦੇ ਜਾ ਤੇਰਾ ਹੁਣ ਭਲਾ ਉਹ ਕਰੂਗਾ ਜਿਹਦਾ ਇਹ ਸ਼ੀਸ਼ੇ ਦੇ ਵਿੱਚ ਮਨੁੱਖਾਂ ਵਾਲਾ ਤੈਨੂੰ ਚਿਹਰਾ ਦਿਖੂਗਾ। ਲਿਆ ਕੇ ਗੁਰੂ ਨਾਨਕ ਮਹਾਰਾਜ ਦੇ ਅੱਗੇ ਕਰ ਦਿੱਤਾ। ਮਨੁੱਖਾਂ ਵਾਲਾ ਚਿਹਰਾ ਦਿਖਿਆ। ਸਾਧ ਸੰਗਤ ਮਹਾਰਾਜ ਚਰਨਾਂ ਤੇ ਡਿੱਗ ਪਿਆ। ਉਸੇ ਸਮੇਂ ਪ੍ਰਾਣ ਤਿਆਗ ਤੇ ਨਾਲੇ ਭੁੱਲ ਬਖਸ਼ਾ ਕੇ ਮਹਾਰਾਜ ਮੇਰਾ ਕਰੋ ਉਧਾਰ। ਗੁਰੂ ਨਾਨਕ ਮਹਾਰਾਜ ਜੀ ਨੇ ਉੱਥੇ ਉਧਾਰ ਕੀਤਾ ਕੌਡੇ ਰਾਖਸ਼ ਦਾ। ਉਹ ਤਾਂ ਬਖਸ਼ਿਆ ਗਿਆ। ਅਸੀਂ ਤਾਂ, ਮੈਂ ਬੇਨਤੀ ਕਰਦਾ ਨਾ, ਉਹ ਤਾਂ ਇੱਕ ਬਾਣੀ ਦੀ ਬੋਲ ਸੁਣ ਕੇ ਗੁਰੂ ਨਾਨਕ ਮਹਾਰਾਜ ਨੇ ਬੋਲ ਬੋਲਤਾ, ਉਹ ਸੁਧਰ ਗਏ, ਡਿੱਗ ਪਏ ਚਰਨਾਂ ਤੇ। ਮਾਫ ਕਰੋ, ਸਾਡੇ ਤਾਂ ਰੋਜ਼ ਅੰਮ੍ਰਿਤ ਵੇਲੇ ਵੀ ਗੁਰੂ ਘਰ ਤੋਂ ਬਾਬਾ ਜੀ ਬੋਲਦੇ ਨੇ, ਬਾਣੀ ਪੜ੍ਹਦੇ ਆ, ਸ਼ਾਮ ਨੂੰ ਵੀ ਬੋਲਦੇ ਨੇ। ਸਾਡੇ ਸਰੀਰ ਸਿਰ ਦੇ ਉੱਤੋਂ ਦੀ ਬੋਲ ਲੰਘੀ ਜਾਂਦੇ ਨੇ। ਉਹਨਾਂ ਨੇ ਤਾਂ ਇੱਕ ਬਚਨ ਨੂੰ ਸੁਣ ਕੇ ਮੰਨ ਲਿਆ, ਪਰ ਅਸੀਂ ਮੰਨਿਆ?
ਸਾਧ ਸੰਗਤ ਸਾਡਾ ਕਿੱਥੇ, ਜੇ ਏਡਾ ਵੱਡਾ ਰਿਸ਼ੀ ਹੋਣ ਦੇ ਬਾਵਜੂਦ ਵੀ ਉਹਨੂੰ ਰਾਖਸ਼ਾਂ ਵਾਲੀ ਜੂਨੀ ਦੇ ਵਿੱਚ ਪੈਣਾ ਪਿਆ, ਇੱਕ ਗੁਰੂ ਦਾ ਸਤਿਕਾਰ ਨਾ ਕੀਤਾ। ਜੇ ਅਸੀਂ ਵੀ ਮਾਂ ਪਿਓ ਦਾ ਸਤਿਕਾਰ ਨਹੀਂ ਕਰਾਂਗੇ, ਸਾਨੂੰ ਵੀ, ਕਿਉਂਕਿ ਇਸ ਰੱਬ ਦੇ ਕਾਨੂੰਨ ਤਾਂ ਕੋਈ ਭੱਜ ਨਹੀਂ ਨਾ ਸਕਦਾ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਵੀ ਪੜਿਓ ਪ੍ਰੇਮ ਨਾਲ। ਜੇ ਕਿਸੇ ਨੇ ਨੇਕੀ ਕਰੀ ਆ, ਉਹਦੀ ਜੈ ਜੈਕਾਰ ਹੁੰਦੀ ਹੈ। ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ, ਅਗਲਾ ਪ੍ਰਵਾਨ ਦਿੰਦਾ, ਦੇਖੋ ਉਹਨੇ ਆਪਣੇ ਮਾਂ ਪਿਓ ਦੀ ਸੇਵਾ ਉਹਨੇ ਸਾਂਭਿਆ। ਪਿਛਲੇ ਕੋਈ ਪ੍ਰਵਾਨ ਲੈ ਲਓ, ਸਰਵਣ ਭਗਤ ਪੁੱਤਰ ਜੈਸੇ ਕਿਹਾ ਜਾਂਦਾ ਵੀ ਸਾਡਾ ਭਗਤ ਸਰਵਣ ਪੁੱਤਰ ਜਿਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਸਾਂਭਿਆ। ਪਰ ਜੇ ਤੁਸੀਂ ਬਦੀ ਕੀਤੀ ਹੈ, ਮਾੜੀ ਕੀਤੀ ਹੈ ਮਾਂ ਪਿਓ ਦੇ ਨਾਲ, ਫਿਰ ਪਛਤਾਉਣਾ ਪੈਣਾ ਹੈ। ਕਿਉਂਕਿ ਆਖਰ ਪੜਿਓ ਪ੍ਰੇਮ ਨਾਲ, ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣਾ ਪੈਂਦਾ ਏ। ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣਾ ਪੈਂਦਾ ਏ। ਆਖਰ ਬਦੀਆਂ ਵਾਲੇ ਆਖਰ ਵਾਲੇ ਬੰਦੇ ਨੂੰ ਪਛਤਾਉਣਾ ਪੈਂਦਾ ਏ। ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣਾ ਪੈਂਦਾ ਏ। ਬਦੀਆਂ ਵਾਲੇ ਬੰਦੇ ਨੂੰ ਪਛਤਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ, ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਫਲ ਪਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਪਛਤਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। 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 ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਵੀ ਫਲ ਪਾਉਣਾ ਪੈਂਦਾ ਏ। ਜਿਨ੍ਹਾਂ ਨੇ ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕੀਤਾ, ਸਾਧ ਸੰਗਤ ਅਖੀਰ ਨੂੰ ਵੇਖ ਲਓ, ਜਿਵੇਂ ਉਸ ਰਾਖਸ਼ ਨੂੰ, ਰਿਸ਼ੀ ਨੂੰ ਰਾਖਸ਼ਾਂ ਵਾਲੀ ਜੂਨੀ ਵਿੱਚ ਜਾਣਾ ਪਿਆ। ਸਾਡੇ ਲਈ ਵੀ ਅਗਲਾ ਜਨਮ ਤਿਆਰ ਹੈ। ਤਾਂ ਤੇ ਸਾਧ ਸੰਗਤ ਮਾਂ ਪਿਓ ਦਾ ਸਤਿਕਾਰ ਕਰੋ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ, ਜਦੋਂ ਅਖੀਰ ਮਾਂ ਚਲੀ ਜਾਏ। ਸਾਧ ਸੰਗਤ ਉਹ ਤੋਂ ਬਿਨਾ, ਫਿਰ ਮਾਂ ਤੋਂ ਬਿਨਾ ਅੱਗੇ ਪੁੱਤਰਾਂ ਦਾ ਹਾਲ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ। ਆ ਕੁਝ ਪਿਆਰ ਦੀਆਂ ਸਤਰਾਂ ਪ੍ਰੇਮ ਨਾਲ ਸਰਵਣ ਕਰਿਓ। ਕਿਸ ਤਰ੍ਹਾਂ ਲਿਖਦਾ ਹੈ ਕੋਈ ਕਵੀ, ਮਾਂ ਦੀ ਬਾਬਤ, ਪਿਆਰ ਦੀ ਬਾਬਤ ਹੁਕਮ ਹੋਇਆ ਸੀ ਵੀ ਇਹ ਜ਼ਰੂਰ ਇਹ ਕੁਝ ਲਾਈਨਾਂ ਪੜਿਓ ਪ੍ਰੇਮ ਨਾਲ, ਸਾਰੇ ਪੜਿਓ ਪ੍ਰੇਮ ਨਾਲ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋਲਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ। ਓਏ ਮਾਵਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਓਏ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਐ, ਮਾਮਾ ਵਾਜੋ ਦੁਨੀਆ ਸੁਣੀ ਲੱਗਦੀ ਐ। ਬੇਲੋਕੋ ਮਾਮਾ ਵਾਜੋ ਦੁਨੀਆ ਸੁਣੀ ਲੱਗਦੀ ਐ। ਮਾਂ ਚਲੀ ਜਾਏ ਇਸ ਦੁਨੀਆ ਤੋਂ ਸਾਧ ਸੰਗਤ, ਭਾਵੇਂ ਹੋਰ ਚਾਚੇ ਤਾਂ ਅਨੇਕਾਂ ਨੇ,
ਮਤਰਈਆਂ ਵਸ ਪੈ ਜਾਣਾ, ਝੂਠਾ ਲਾਡ ਮਤਰਈ ਦਾ, ਮੂੰਹ ਚੁੰਮੇ ਟੁੱਕ ਨਾ ਦਈ ਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ। ਮਾਂ ਲਾੜ ਬੜਾ ਲਟਾਉਂਦੀ ਹੈ ਮਤਰਈ, ਪਰ ਸਾਧ ਸੰਗਤ ਮੂੰਹ ਬੜਾ ਚੁੰਮੇਗੀ, ਪਰ ਦੁੱਧ ਕਿਹੋ ਜਿਹਾ ਦਊਗੀ? ਕੱਚੀ ਲੱਸੀ ਵਰਗਾ। ਆਖੋ ਸਤਨਾਮ ਸ਼੍ਰੀ। ਝੂਠਾ ਲਾਡ ਮਤਰਈ ਦਾ, ਮੂੰਹ ਚੁੰਮੇ ਟੁੱਕ ਨਾ ਦਈ ਦਾ। ਮਾਂ ਦੀਆਂ ਸਿਫਤਾਂ ਕੁਝ ਇਸ ਤਰ੍ਹਾਂ ਲਿਖਦੇ ਹਨ। ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ। ਓਏ ਮਾਮਾ ਵਾਂਗੂ ਕੌਣ ਮਾਫ ਹੈ ਕਰ ਸਕਦਾ। ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ। ਮਾਵਾ ਵਾਜੋਂ ਕੌਣ ਮਾਫ ਹੈ ਕਰ ਸਕਦਾ। ਖੁਦ ਭੁੱਖਾਂ ਕਟ ਕਟ ਕੇ, ਖੁਦ ਭੁੱਖਾਂ ਕਟ ਕਟ ਕੇ ਪੁੱਤਰ ਜਾਉਂਦੀ ਐ। ਓਏ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ। ਖੁਦ ਭੁੱਖਾਂ ਕਟ ਕਟ ਕੇ ਪੁੱਤਰ ਜਾਉਂਦੀ ਐ। ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ। ਓ ਤਾਈਓ ਸ਼ਹਿਰਾ ਰੱਬ ਆਖਿਆ ਮਾਵਾਂ ਨੂੰ, ਓ ਲੱਭ ਨਾ ਸਕੇ ਬਜ਼ਾਰੋਂ ਕੋਈ ਐਸਾ ਮਾਨੋ। ਕੋਈ ਵੀ ਮੁਸ਼ਕਲ ਤੈਨੂੰ ਨਾਰਾ ਵਿੱਚ ਘੇਰੇ। ਓਏ ਗਗੜੀਆਂ ਮਾਂ ਦੀਆਂ ਨਾਲ ਦੁਆਵਾਂ ਦੇ ਤੇਰੇ। ਘਰ ਵਿੱਚ ਬੈਠੇ ਰੱਬ ਨੂੰ ਕਦੇ ਰੁਸਾਇਓ ਨਾ। ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਵੇ ਲੋਕੋ ਭੁੱਲ ਕੀ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਆਓ ਸਾਧ ਸੰਗਤ, ਮਾਂ ਪਿਓ ਦਾ ਸਤਿਕਾਰ ਹਰ ਇੱਕ ਨੂੰ ਜ਼ਰੂਰੀ ਹੈ, ਕਿਉਂਕਿ ਮਾਂ ਆਪਣੇ ਪੁੱਤਰਾਂ ਨੂੰ ਪਾਲ ਕੇ ਵੱਡਾ ਕਰਦੀ ਹੈ, ਪਿਓ ਕਮਾ ਕੇ ਲਿਆ ਕੇ ਦਿੰਦਾ ਹੈ। ਮਾਂ ਪਿਓ ਦਾ ਸਤਿਕਾਰ ਸਾਰਿਆਂ ਨਾਲੋਂ ਵੱਡਾ ਸਤਿਕਾਰ ਹੈ। ਘਰ ਦੇ ਵਿੱਚ ਮਾਂ ਪਿਓ ਜਿਉਂਦੇ ਬੈਠੇ ਨੇ, ਉਹਨਾਂ ਦੀ ਸੇਵਾ ਕਰ ਲਓ, ਕਿਤੇ ਜਾਣ ਦੀ ਲੋੜ ਨਹੀਂ। 68 ਤੀਰਥਾਂ ਦਾ ਫਲ ਘਰੇ ਬੈਠਿਆ ਮਿਲੇ। ਮਾਂ ਪਿਓ ਦਾ ਸਤਿਕਾਰ ਕਰੋ ਤਾਂ ਜੋ ਸਾਡਾ ਸਾਧ ਸੰਗਤ ਸਮੇਂ ਜੋ ਸਮਾਂ ਕੱਢ ਕੇ ਭਲਿਆਂ ਪੁਰਸ਼ਾਂ ਦੀ ਸੰਗਤ ਕਰੀਏ। ਆਓ ਮਾਤਾ ਸੁਰਜੀਤ ਕੌਰ ਜੀ, ਜਿਨ੍ਹਾਂ ਦੀ ਆਪ ਜੀ ਅੰਤਮ ਅਰਦਾਸ ਵਿੱਚ ਬੈਠੇ ਹੋ, ਆਪ ਸਭਨਾਂ ਨੇ ਇਹ ਅਰਦਾਸ ਕਰਨੀ, ਮਾਰ ਕਿਰਪਾ ਕਰਿਓ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ ਭਾਣਾ ਮਰਨ ਦਾ ਬਲ ਬਖਸ਼ਿਓ। ਆਓ, ਮਾਂ ਪਿਓ ਐਸੀ ਚੀਜ਼ ਹੈ ਤੇ ਸਾਧ ਸੰਗਤ ਕਿਸ ਸਮੇਂ ਭਗਤ ਫਰੀਦ ਸਾਹਿਬ ਜੀ ਨੇ ਵੀ ਆਪਣੀ ਮਾਂ ਨੂੰ ਯਾਦ ਕੀਤਿਆਂ, ਜਦੋਂ ਮਾਂ ਪਿਓ ਚੜ੍ਹਾਈ ਕਰ ਗਏ, ਆਪਣੀ ਮਾਂ ਨੂੰ ਯਾਦ ਕੀਤਿਆਂ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਕਿੱਥੇ ਤੈਂਡੇ ਮਾਪਿਆਂ। ਉਹ ਫਰੀਦ, ਉਹ ਮਾਂ ਕਿੱਥੇ ਚਲੀ ਗਈ ਜਿਹਨੇ ਤੈਨੂੰ ਸਾਧ ਸੰਗਤ ਲਾਲਚ ਦੇ ਦੇ ਕੇ ਤੇਰੇ ਉਸ ਮਸੱਲੇ ਹੇਠਾਂ, ਭਗਤੀ ਵਾਲੇ ਗੱਦੇ ਦੇ ਹੇਠਾਂ ਗੁੜ ਦੀ ਡਲੀ ਰੱਖ ਦਿਆ ਕਰਨੀ, ਮੇਰਾ ਪੁੱਤਰ ਗੁੜ ਦੀ ਡਲੀ ਦੇ ਬਹਾਨੇ ਨਾਮ ਜਪੂ। ਫਰੀਦਿਆ ਕਿੱਥੇ ਚਲੀ ਗਈ ਉਹ ਤੇਰੀ ਮਾਂ ਜਿਹਨੇ ਤੈਨੂੰ ਇਸ ਭਗਤੀ ਦੇ ਰਾਹ ਵੱਲ ਤੋਰੇ। ਮਾਂ ਨੂੰ ਯਾਦ ਕਰਦਿਆਂ ਭਗਤ ਫਰੀਦ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤਾ। ਆਓ ਸਾਰੇ ਪੜਿਓ ਪ੍ਰੇਮਾ ਅਖੀਲੀ ਧਾਰਨਾ, ਫਿਰ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਸਾਰਿਆਂ ਨੇ ਅਰਦਾਸ ਕਰਨੀ, ਕਿਰਪਾ ਕਰਿਓ। ਭਗਤ ਫਰੀਦ ਸਾਹਿਬ ਜੀ ਨੇ ਐਸਾ ਸ਼ਲੋਕ ਉਚਾਰਨ ਕੀਤਾ, ਪੜਿਓ ਪ੍ਰੇਮ ਨਾਲ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, 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 ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ
साध संगत इन्नी क हाजरी परवान कीर्तन करदियां विचारां करदियां एक नहीं अनेकां प्रकार दीयां टुट्टां भुल्लां हो जांदियां ने। गुरु की संगत गुरु साहिब बख्शण जोगने कृपा करना बख्श लेना। आ बेनती करदा साध संगत मन च ख्याल हुंदा भी कई बार मन च भी हुंदा भी कीर्तन सानू चंगा लग्या जाए वो ਸਿੰਘਾਂ पासों ਕਾਰਡ प्राप्त कर सकते ने। आओ साध संगत जिन्नी भी संगत पहुंची है आई संगत का परिवार वालों धन्नवाद किया जाता है। आओ जो अजे तक नहीं बोलिया आनंद साहब की बाणी का जाप सारे प्रेरणा करो। सिखो शब्द प्यारे हो जन मन की मुखी उजल सदा सुखी नानक सिमरते राम कली महला तीजा आनंद को ओंकार सतगुर प्रसाद नंद पया मेरी माए सतगुरु मैं पास सतगुरु पासा समझ सेती मन बजिया गाइया राग रतन बरबार करिया शब्द गावण आइया सब को गाबो हरि के मन जिने बसाया। कह नानक आनंद होआ सतगुरु मैं पाया। ए मन मेरिया तू सदार को हर नाले नाल होत मन मेरे दुख सब सारना। अंगीकार शरीर मेरा कार्य सब सवारना। सबना गला समरत स्वामी सो क्या मन विसारे। चल नानक मन मेरे सदार को हर नाले साजे साहिबा क्या नाही करते करता तेरा सब कुछ है जिस देगे सो पावे। सदा सिख सलाह तेरी नाम मन वसावे। नाम जिनके मन बसिया बाजे शब्द कबीरी। कह नानक सच्चे साहिब क्या नाही करते साचा नाम मेरा आधार साच नाम आधार मेरा जिन दुखा सब गवाया। शांत सुख मन आए वसया जिन इच्छा सब उपजाइया। सदा कुर्बान किया गुण हो जिस दिया वड्याइया। कह नानक सुन हो संतो शब्द दरो प्यारो साचा नाम मेरा बाजे पंच शब्द चित कर सुपागे शब्द बाजे कला जित कर कारिया। पंच दूध दूध वस कीते काल कंटक मारिया। दुर्गान पाया अर्जुन का से नाम हर के लागे। कह नानक तै सुख होआ तित कर अनहद बाजे। अंग सुनो बड़ भागियो सगल मनोरथ पूरे। पार ब्रह्म तब पाया उतरे सगल विसूरे। धूप रोज संताप करे तुई सच्ची वाणी। संत साजन भये सबसे पूरे गुरते जान। सुनते पुनीत कहते पवत सतगुर गया पर पूरी। वंत नाल गुर जारण लागे वाजे अनवद पूरी पवन गुरु माता दंतन दिवस रात दे दाई दाया खेले सगल जगत। चंगियाइया बुराइया बाटे धर्म पूरी। धर्मी आपो अपनी के नेड़े के दूर। जिन्नी नाम ते आया नेम सच निकाल। नानक दे मुख उजले केती छुटी नाल। जिन्नी नाम आया नानक दे मुख उजले केती छुटी नाल। बोलो वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। फतेह तू ठा
ਗੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ